अस्सलाम वालेकुम। आप देख रहे हैं बड़ी खबर। मैं हूं जुबैर अवान। मेरी आज की वीडियो इन भाई साहब की है जिन्होंने एक शख्स के ऊपर नेकी की और फिर उसने इनको ऐसा सिला दिया कि जब आप इनकी पूरी कहानी सुनेंगे तो आप किसी गरीब के ऊपर एहसान करने से यकीनन बाज आ जाएंगे, या फिर आप सोचेंगे कि मैं इसके ऊपर कोई एहसान करूं, नेकी करूं या फिर ना करूं। इनको कैसे एक मासूम दिखने वाले शख्स ने चूना लगाया, कैसे इनकी जमा पूंजी लेकर फरार हुआ, अब ये किन हालात में है, तो आइए पूरी बात इन्हीं से जानते हैं। सर, क्या नाम है? मोहम्मद अफजल भट्टी सर। भट्टी साहब, क्या हुआ आपके साथ, कैसे चूना लगा आपको? ਇਹ ਸਰ 3-4 ਦਿਨ ਇੱਥੇ ਆਂਦਾ ਰਿਹਾ ਸਾਡੇ ਕੋਲੋਂ ਕਿ ਵੀ ਮੇਰੇ ਬੱਚੇ ਭੁੱਖੇ ਨੇ, ਮਿਹਰਬਾਨੀ ਮੇਰੇ ਤੇ ਰਹਿਮ ਕਰੋ। ਰੋਂਦਾ ਸੀ ਇੱਥੇ ਬੈਠ ਕੇ। ਤੇ ਉਹ 3-4 ਦਿਨ ਤੋਂ ਬਾਅਦ ਅਸੀਂ ਕਿ ਪਹਿਲੇ ਤਸਦੀਕ ਕੀਤੀ ਇਹਦੀ ਕਿ ਵੀ ਤੂੰ ਕਿੱਥੇ ਰਹਿਣਾ ਹੈ, ਆਈਡੀ ਕਾਰਡ ਦੇ। ਇਹਦੇ ਜਾ ਕੇ ਘਰ ਦੇਖਿਆ, ਇਹਦੇ ਭਰਾ ਦਾ ਘਰ, ਇਹਦੇ ਪਿਓ ਦੀ ਹਵੇਲੀ ਦੇਖੀ, ਜੋ ਇਹਨੇ ਮੈਂ ਸਾਨੂੰ ਦੱਸੀ ਤੇ ਫਿਰ ਅਸੀਂ ਵੇਖਿਆ ਸਾਰਾ ਕੁਝ। ਫਿਰ ਅਸੀਂ ਇਹਨੂੰ ਜਿਹੜਾ ਨਾ ਰਕਸ਼ਾ ਦਿੱਤਾ ਇੱਕ, ਠੀਕ ਹੈ। ਇਹ ਰਕਸ਼ਾ ਇਹਨੇ ਕੋਈ 10 ਕੁ ਦਿਨ ਚਲਾਇਆ। ਫਿਰ ਇਹਨੇ ਕਿਹਾ ਸਰ ਮੇਰੇ ਕੋਲ ਡਰਾਈਵਰ ਬੜੇ ਅੱਛੇ ਨੇ ਤੇ ਇਹ ਤੁਹਾਡੇ ਡਰਾਈਵਰ ਨਾਲ ਰੋਜ਼ ਕੰਮ ਕਰਦੇ ਨੇ, ਤੁਹਾਨੂੰ ਬਚਤ ਨਹੀਂ ਆਉਂਦੀ, ਤੇ ਤੁਸੀਂ ਇਸ ਤਰ੍ਹਾਂ ਕਰੋ, ਤੁਸੀਂ ਇਹ ਮੇਰੇ ਡਰਾਈਵਰ ਜਿਹੜੇ ਨਾ ਇਹ ਰੱਖ ਲਓ। ਇਹ ਇੱਕ ਇੱਕ ਕਰਕੇ ਨਾ ਉਹਨੇ ਨਾ ਆਪਣੇ ਗੈਂਗ ਜਿਹੜਾ ਨਾ ਵਿੱਚ ਸ਼ਾਮਲ ਕਰਨਾ ਸ਼ੁਰੂ ਕਰਤਾ। ਮੈਂ ਉਹਨਾਂ ਨੂੰ ਨਹੀਂ ਸੀ ਜਾਣਦਾ ਕੌਣ ਨੇ। ਉਹ ਫਿਰ ਉਹਨਾਂ ਨੇ ਕਿਹਾ ਜੀ ਇਹ 32 ਚੌਕ ਵਾਲਾ ਰਸਤਾ ਜਿਹੜਾ ਟੁੱਟਾ ਪਿਆ ਤੇ ਸ਼ਦਰੇ ਤੋਂ ਅਸੀਂ ਜਿਹੜਾ ਨਾ ਲਾਰੀ ਅੱਡੇ ਤੀਕਰ ਚਲਾਉਂਦੇ, ਉਹ ਸਾਫ਼ ਸੜਕ ਹੈ ਤੇ ਬਹੁਤ ਇਹਦੇ 'ਚ ਤੁਹਾਡਾ ਕੰਮ ਨਹੀਂ ਨਿਕਲੇਗਾ ਗੱਡੀਆਂ ਦਾ। ਤੇ ਮੈਂ ਕਿਹਾ ਠੀਕ ਹੈ। ਮੈਂ ਕਿਹਾ 15 ਦਿਨ ਹੋ ਗਏ ਨੇ ਇੱਥੇ ਮੇਰੇ ਕੋਲ, ਤੇ 15-20 ਦਿਨ ਮੈਂ ਕਿਹਾ ਕੋਈ ਗੱਲ ਨਹੀਂ ਖਤਰੇ ਵਾਲੀ। ਮੈਂ ਕਿਹਾ ਚਲੋ ਤੁਸੀਂ ਉੱਧਰ ਚਲਾ ਲਿਆ ਕਰੋ। ਸ਼ਾਮ ਨੂੰ ਜੇ ਡਰਾਈਵਰ ਜਿਹਨਾਂ ਨੇ ਆਪਣੀਆਂ ਗੱਡੀਆਂ ਆਪੋ ਆਪਣੇ ਸਟੈਂਡਾਂ 'ਤੇ ਖੜੀਆਂ ਕਰਦੇ ਸਨ। ਇਹਨੇ ਫਿਰ ਇੱਕ ਦਿਨ ਨਿਕਲਿਆ, ਇਹਨੇ ਕਿਹਾ ਵੀ ਬਸ ਠੀਕ ਹੈ ਬੋਸ, ਰਾਤ ਨੂੰ ਜਦੋਂ 2 ਦਿਹਾੜੀਆਂ ਸ਼ਾਰਟ ਹੋਈਆਂ ਨਾ, ਇਹਨੇ ਕਿਹਾ ਮੈਂ ਦਿਹਾੜੀਆਂ ਇਕੱਠੀਆਂ ਕਰਕੇ ਨਾ ਤੇ ਮੈਂ ਜਨਾਬ ਨੂੰ ਰਾਤ ਨੂੰ ਇੱਥੇ ਹਾਜ਼ਰ ਹੋ ਜਾਵਾਂਗਾ। ਇਹ ਸਰ ਜਿਉਂ ਗਿਆ ਦੁਬਾਰਾ ਇਹਨੇ ਨਾ ਇੱਧਰ ਪਰਤ ਕੇ ਨਹੀਂ ਦੇਖਿਆ। 15 ਦਿਨਾਂ ਬਾਅਦ ਇਹਨੇ ਫੋਨ ਔਨ ਕੀਤਾ। ਮੈਂ ਉਹਨੂੰ ਕਿਹਾ ਯਾਰ ਦੇਖ ਤੂੰ ਮੇਰਾ 30-40 ਹਜ਼ਾਰ ਰੁਪਏ ਦਿਹਾੜੀਆਂ ਦਾ ਵੀ ਮੇਰਾ ਮਰਦਾ ਪਿਆ, ਤੂੰ ਇਸ ਤਰ੍ਹਾਂ ਕਰ ਮੇਰੀਆਂ ਗੱਡੀਆਂ ਮੈਨੂੰ ਦੇ ਦੇ। ਇਹਨੇ ਭਾਜੀ ਮੈਨੂੰ ਇਸੇ ਤਰ੍ਹਾਂ ਹੀ ਚੱਕਰ ਦਿੰਦਾ ਰਿਹਾ ਵੀ ਉਹ ਅੱਜ ਆਉਣਾ, ਮੈਂ ਕੱਲ੍ਹ ਆਉਣਾ, ਇੰਝ ਇਸ ਤਰ੍ਹਾਂ ਕਰਕੇ ਨਾ ਇਹ ਮੁੜ ਕੇ ਨੰਬਰ ਬੰਦ ਕਰ ਗਿਆ। ਫਿਰ ਅਸੀਂ ਮੋਟਰਸਾਈਕਲਾਂ 'ਤੇ ਨਿਕਲੇ ਹਾਂ। ਮੈਂ ਕਿਹਾ ਤਲਾਸ਼ ਕਰੀਏ, ਸ਼ਾਇਦ ਇਹਦੇ ਕੋਈ ਮਿਲਣ ਵਾਲਾ ਲੱਭ ਜਾਏ ਜਾਂ ਕੋਈ ਦੋਸਤ, ਕੋਈ ਡਰਾਈਵਰ ਹੀ ਮਿਲ ਜੇ ਇਹਦਾ। ਫਿਰ ਇੱਕ ਬੰਦਾ ਮਿਲਿਆ ਮੈਨੂੰ, ਉਹ ਜਿਹੜਾ ਇਹ ਡਰਾਈਵਰ ਸੀ, ਉਹਨੂੰ ਮੈਂ ਫੜਿਆ। ਮੈਂ ਕਿਹਾ ਯਾਰ ਤੂੰ ਮੇਰੀ, ਮੈਂ ਮੋਟਰਸਾਈਕਲ ਵੇਖਿਆ ਮੇਰੀ ਸੀ ਉਹਦੇ ਅੱਗੇ ਕੱਸੀ, ਮੈਂ ਕਾਗਜ਼ ਚੈੱਕ ਕੀਤੇ, ਉਹ ਮੇਰੀ ਮੋਟਰਸਾਈਕਲ ਸੀ। ਮੈਂ ਕਿਹਾ ਇਹ ਤੇ ਮੋਟਰਸਾਈਕਲ ਮੇਰੀ ਹੈ ਤੇ ਤੂੰ ਉਹਦੇ ਨਾਲ ਆ ਕੇ ਡਰਾਈਵਿੰਗ ਵਾਸਤੇ ਲੈ ਗਿਆ ਸੈਂ, ਤੇ ਬਾਕੀ ਮੇਰਾ ਇਹਦੀ ਬਾਡੀ ਕਿੱਥੇ ਹੈ ਤੇ ਬਾਕੀ ਸਮਾਨ ਕਿੱਥੇ ਹੈ? ਉਹਨੇ ਕਿਹਾ ਭੱਟੀ ਸਾਹਿਬ ਉਹਨੇ ਇਹਦੀ ਬਾਡੀ ਵੇਚ ਦਿੱਤੀ ਹੈ ਡਬਲ ਸੜਕਾਂ 'ਤੇ, ਇਹ ਮੋਟਰਸਾਈਕਲ ਉਹਨੇ ਮੈਨੂੰ ਦੇਤੀ ਹੈ ਮੁੱਲ, ਤੇ ਮੈਂ 16,500 ਰੁਪਇਆ ਉਹਨੂੰ ਦਿੱਤਾ ਹੈ। ਤੇ ਮੈਂ ਜਨਾਬ ਨੂੰ ਉਹਦੀ ਵੀਡੀਓ ਵੀ ਸੈਂਡ ਕੀਤੀ है। अच्छा, टोटल कितने रक्शे वो आपके लेके गया? 7 रक्शे सर मेरे लै गया। 9 लाख रुपया मालिया सी सर वो। 7 रक्शे। और कितने जो उसके गैंग के दूसरे अफराद थे जिन्हें वो ड्राइवर बना के आपके पास लेके आया था? 6 ਮੁੰਡੇ ਉਹਦੇ ਨਾਲ ਸਨ ਤੇ 7ਵਾਂ ਉਹ ਆਪ ਸੀ, ਆਪ ਹੀ ਚਲਾਉਂਦਾ ਸੀ। ਟੁਰ ਫਿਰ ਕੇ ਕਹਿੰਦਾ ਮੈਂ ਦਿਹਾੜੀਆਂ ਇਕੱਠੀਆਂ ਕਰਨਾ, ਤੇ ਨਾਲ ਉਹਨੇ ਆਪਣੇ ਟੀਮ ਦੇ ਬੰਦੇ 6 ਨਾਲ ਸ਼ਾਮਿਲ ਕਰਕੇ ਤੇ ਉਹਨੇ ਵਕੂਆ ਕੀਤਾ। ਸਰੇਆਮ ਉਹਨੇ ਸਮਾਨ ਵੇਚਿਆ ਤੇ ਉਹਦੇ ਮੱਥੇ ਤੇ ਕੋਈ ਸ਼ਿਕਰ ਨਹੀਂ ਹੈ। ਵੀਡੀਓ ਸਰ ਤੁਹਾਡੇ ਸਾਹਮਣੇ ਹੈ। ਮੈਂ सामान उसने कबाड़ियों को बेचा था? ਜੇ ਇਹ ਜਿਹੜੇ ਡਬਲ ਸੜਕਾਂ 'ਤੇ ਬੈਠੇ ਨੇ, ਮਕਸੂਦ ਬਾਬਾ ਮਕਸੂਦ ਹੈ, ਉਹਦਾ ਮੁੰਡਾ ਵਸੀਮ ਹੈ, ਉਹਨੂੰ ਇਹਨੇ ਨਾ ਬਾਡੀਆਂ ਵੇਚ ਦਿੱਤੀਆਂ, ਮੋਟਰਸਾਈਕਲਾਂ ਸਟੈਂਡਾਂ 'ਤੇ ਸੁੱਟ ਦਿੱਤੀਆਂ, ਕੁਝ ਮੋਟਰਸਾਈਕਲਾਂ ਉਹਨੇ ਪਤਾ ਨਹੀਂ ਇੱਧਰ ਉੱਧਰ ਕੀਤੀਆਂ ਨੇ। ਜਿਹੜਾ ਨਾ ਕੁਛ ਜਿਹੜਾ ਮਾਲ ਸਾਡੇ ਕੋਲ ਸਾਹਮਣੇ ਹੈ, ਉਹ ਬਕਾਇਆ ਮਾਲ ਦਾ ਸਾਨੂੰ ਕੋਈ ਇਲਮ ਨਹੀਂ। जब आप इसको रख रहे थे अपने पास तो आपने कोई आईडी कार्ड की कॉपी ली थी, कोई वेरिफिकेशन वगैरह की थी? ਅਸੀਂ ਆਈਡੀ ਕਾਰਡ ਦੀ ਕਾਪੀ ਲਈ ਦੀ ਹੈ। ਫਿਰ ਜਾ ਕੇ ਘਰ ਦੇਖਿਆ, ਇਹਦੇ ਭਰਾ ਦਾ ਘਰ ਦੇਖਿਆ, ਇਹਦੇ ਪਿਓ ਨੂੰ ਮਿਲਿਆ, ਅਸੀਂ ਪੂਰੀ ਤਸੱਲੀ ਕਰਕੇ ਫਿਰ ਦਿੱਤੀ ਹੈ। ਉਦੋਂ ਇਹਦਾ ਪਿਓ ਕਹਿੰਦਾ ਸੀ ਕਿ ਇਹਦਾ ਬੱਚਾ ਜਦੋਂ ਇਹ 2 ਦਿਨ ਮਿਸ ਰਿਹਾ ਨਾ, ਇਹਦੇ ਬਾਪ ਕੋਲ ਗਏ ਆ। ਉਹਨੇ ਕਿਹਾ ਜੀ ਇਹਦਾ ਬੇਟਾ ਬਿਮਾਰ ਹੈ, ਉੱਥੇ ਚੁੰਗੀ ਤੇ ਗਿਆ ਵੇ ਹਸਪਤਾਲ, ਤੇ ਅਸੀਂ ਜਾਣਾ ਉਹਦਾ ਪਤਾ ਕਰਨ। ਤੇ ਹੁਣ ਜਦੋਂ ਮੇਰਾ ਵਕੂਆ ਹੋ ਗਿਆ, ਫਿਰ ਮੈਂ ਗਿਆ ਜਦੋਂ, ਤੇ ਉਹ ਬਾਹਰ ਨਿਕਲ ਕੇ ਰੌਲਾ ਪਾਉਣਾ ਸ਼ੁਰੂ ਹੋ ਗਿਆ ਵੀ ਤੁਹਾਡਾ ਸਾਡਾ ਉਹਦਾ ਕੋਈ ਤਲਕ ਨਹੀਂ ਹੈ, ਸਾਡੇ ਵੱਲੋਂ ਗੋਲੀ ਮਾਰ ਦਿਓ, ਸਾਡਾ ਉਹਨਾਂ ਨਾਲ ਕੋਈ ਲਿੰਕ ਲੈਣਾ ਨਹੀਂ, ਤੁਸੀਂ ਪੁਲਿਸ ਲੈ ਕੇ ਸਾਡੇ ਬੂਹੇ ਤੇ ਨਹੀਂ ਆਉਣਾ। ਮੈਂ ਕਿਹਾ ਯਾਰ ਮੇਰਾ 9 ਲੱਖ ਦਾ ਮਾਲ, ਪਹਿਲਾਂ ਤੂੰ ਕਹਿੰਦਾ ਸੀ ਮੈਂ ਉਹਦੇ ਪੁੱਤਰ ਦਾ ਪਤਾ ਲੈਣ ਜਾਣਾ, ਤੇ ਅੱਜ ਤੂੰ ਕਹਿੰਦਾ ਮੈਂ ਉਹਨੂੰ ਜਾਣਦਾ ਨਹੀਂ, ਮੇਰੇ ਵੱਲੋਂ ਗੋਲੀ ਮਾਰ ਦਿਓ। ਮੈਂ ਕਿਹਾ ਮੇਰੇ ਨਾਲ ਜ਼ੁਲਮ ਹੋਇਆ, ਮੇਰਾ ਸਾਥ ਦਿਓ। ਉਹਨੇ कहा साढ़े लो भाई जवाब है। आप ये देखें कि इनका ये मासूम सा बच्चा है, ये इन बेचारों ने सोचा था कि चलो इसका रिज़्क रोटी लग जाएगा, कोई 4 आने आएंगे। जो इन्होंने मेहनत करके रिक्शे बनाए थे उनसे ये हाथ धो बैठे। आपको कितनी मेहनत करनी पड़ी 7 रिक्शे खरीदने के लिए? ਅਸੀਂ ਨਾ 4 ਇੰਸਟਾਲਮੈਂਟ ਤੇ ਸਾਡੇ ਕੋਲ ਰਕਸ਼ੇ ਸਨ, ਅਸੀਂ ਉਹਨਾਂ ਦੀਆਂ ਕਿਸ਼ਤਾਂ ਦੇ ਰਹੇ ਸਾਂ। 3 ਰਕਸ਼ੇ ਜਿਹੜੇ ਨਾ ਸਾਡੇ ਆਪਣੇ ਸਨ, ਉਹ ਅਸੀਂ ਯਕੀਨ ਕਰੋ ਕਿਸ ਤਰ੍ਹਾਂ ਇਕੱਠੇ ਕੀਤੇ ਨੇ। ਮਜ਼ਦੂਰ ਬੰਦਾ ਕਿੰਨਾ ਮੁਸ਼ਕਲ ਕਰਕੇ ਬਣਾਉਂਦਾ ਚੀਜ਼ਾਂ,
ਤੇ ਇਹ ਸਰ ਸਾਡੇ ਨਾਲ ਬੜਾ ਜ਼ੁਲਮ ਹੋਇਆ ਹੈ। ਵਜ਼ੀਰ ਆਲਾ ਤੋਂ ਗੁਜ਼ਾਰਿਸ਼ ਹੈ ਜਨਾਬੇ ਅਲੀ, ਇਹ ਸਾਡੇ ਨਾਲ ਜਿਹੜਾ ਜ਼ੁਲਮ ਹੈ ਸਰ ਉਹਨੂੰ ਪਕੜ ਕੇ ਸਰ ਸਾਡਾ ਸਮਾਨ ਸਾਨੂੰ ਵਾਪਸ ਦਿਲਾਉਣ। ਅੱਛਾ, ਇਹਦੇ ਖਿਲਾਫ ਕੋਈ ਕਾਰਵਾਈ ਆਸੇ ਤੁਸੀਂ ਐਪਲੀਕੇਸ਼ਨ ਪੁਲਿਸ ਨੂੰ ਦਿੱਤੀ ਹੈ? ਮੁਲਜ਼ਮ ਫੜਿਆ ਗਿਆ, ਨਹੀਂ ਫੜਿਆ ਗਿਆ, ਕੀ ਹੋਇਆ? ਸਰ ਗਿਆ ਸਰ ਨਵੇਂਕੋਟ ਥਾਣੇ, ਮੈਨੂੰ ਲੱਗਦਾ ਸੀ ਨਵਾਂਕੋਟ ਥਾਣਾ, ਉੱਥੇ ਗਿਆ ਸਰ। ਉੱਥੇ ਦੋ ਸਬ ਇੰਸਪੈਕਟਰ ਸਨ, ਉਹਨਾਂ ਦੇ ਮੈਂ ਮੱਥੇ ਲੱਗਾ। ਮੈਂ ਕਿਹਾ ਜਨਾਬ ਇਸ ਤਰ੍ਹਾਂ ਨਾ ਮੇਰੇ 7 ਰਕਸ਼ੇ ਲੈ ਕੇ ਫਰਾਰ ਹੋ ਗਿਆ ਬੰਦਾ, ਤੇ ਮਿਹਰਬਾਨੀ ਹੈ ਮੇਰੀ ਨਾ ਦਰਖਾਸਤ ਲਿਖ ਦਿਓ। ਉਹ ਦਰਖਾਸਤ ਲਿਖਣ ਵਾਸਤੇ ਬਿਠਾਏ ਸਨ ਉਹਨਾਂ ਨੇ ਆਵਾਮ ਵਾਸਤੇ। ਉਹ ਹੁਣ ਦੋ ਜਿਹਨੇ ਕਹਿੰਦੇ ਲੋ ਜੀ ਇਹਦੇ 7 ਰਕਸ਼ੇ ਕਿਵੇਂ ਚਲੇ ਗਏ, ਜਿਸ ਤਰ੍ਹਾਂ ਅਗਲੇ ਬੰਦੇ ਨੂੰ ਆਪਣਾ ਹਰਾਸਮੈਂਟ ਕਰਦੇ ਨੇ। ਉਹਨਾਂ ਨੇ ਅੱਧਾ ਪੌਣਾ ਘੰਟਾ ਮੇਰੀਆਂ ਗੱਲਾਂ ਬਾਤਾਂ 'ਚ ਮੈਨੂੰ ਉਹਨਾਂ ਨੇ ਹਰਾਸਮੈਂਟ ਕੀਤਾ। ਮਜ਼ਾਕ ਕਰਦੇ ਰਹੇ ਤੁਹਾਡੇ ਨਾਲ? ਮਾਯੂਸ ਹੋ ਕੇ ਮੈਂ ਸਰ ਵਾਪਸ ਆ ਗਿਆ। ਮੈਂ ਫਿਰ ਆਪਣਾ ਮੀਡੀਆ ਦਾ ਸਰ ਜਾ ਕੇ ਦਰਵਾਜ਼ਾ ਖੜਕਾਇਆ, ਤੇ ਸਰ ਮਿਹਰਬਾਨੀ ਇਹ ਸਰ ਇਹਨਾਂ ਦੇ ਮੈਂ ਸ਼ੁਕਰਗੁਜ਼ਾਰ ਹਾਂ। ਇਹ ਇਹਨਾਂ ਨੇ ਮੇਰੀ ਗੁਜ਼ਾਰਿਸ਼ ਤੇ ਸਾਰੇ ਆਏ ਨੇ, ਤੇ इंशाल्लाह कहते हैं अपना जरूर। आप ये देखेंगे एक तो इनका ये नुकसान हुआ कि ये जमा पूंजी से हाथ धो बैठे। जब ये थाने में मुतलका गए तो आगे से इनका मजाक उड़ाया गया और कहा गया कि 7.5 रक्शे किमें जा सकते हैं। और भाई जिन्होंने मेहनत की है, जिन्होंने किस्तों पे रक्शे लिए, ਲਟਾਈ ਜਾ ਰਹੇ, ਇੰਨਾ ਸਖੀ ਹੈ ਤੂੰ, ਮੂੰਹ ਚੁੱਕ ਕੇ ਜਿਹਨੂੰ ਮਰਜ਼ੀ ਦੇ ਦਿੰਦਾ। ਮੈਂ ਕਿਹਾ ਬੋਸ ਮੇਰੇ ਨਾਲ ਨੁਕਸਾਨ ਹੋਇਆ, ਮੇਰਾ ਸਾਥ ਦਿਓ। ਤੁਹਾਨੂੰ ਉਹਨਾਂ ਨੇ ਬਿਠਾਇਆ, ਮੇਰੇ ਕੋਲ, ਮੈਂ ਅਨਪੜ੍ਹ ਹਾਂ, ਮੈਂ ਲਿਖ ਨਹੀਂ ਸਕਦਾ ਦਰਖਾਸਤ। हमारी वजीर आला से और जो आला अफसरान है उनसे ये अपील है कि खुदा के लिए जो इस बंदे की मेहनत की कमाई है वो वापस लौटाई जाए, इनके रक्शे वापस दिलाए जाएं, और जो मुल्ज़िम है उसे निशान इबरत बनाया जाए ताकि आइंदा किसी के साथ ऐसा ना हो। तो मिलते हैं किसी और वीडियो में। अल्लाह हाफिज़।